दोस्तों मेरा नाम हरचंद सिंह बागड़ी है जी। मैं 20 अगस्त 1945 ਦੇ ਵਿੱਚ ਪਿੰਡ ਫਰਵਾਹੀ ਜੋ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦੀ ਹੈ ਜਨਮ ਲਿਆ। ਮੇਰੇ ਮਾਤਾ ਜੀ ਦਾ ਨਾਮ ਮਾਤਾ ਬਿਸ਼ਨ ਕੌਰ ਅਤੇ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਲਾਲ ਸਿੰਘ ਬਾਗੜੀ। ਮੈਂ ਅਜੇ 10 ਸਾਲ ਦਾ ਸੀਗਾ ਜਦੋਂ ਮਾਤਾ ਜੀ ਚਲਾਣਾ ਕਰ ਗਏ। ਬੜਾ ਦੁੱਖ ਹੋਇਆ। ਪਿਤਾ ਜੀ ਨੇ ਫਿਰ ਮੈਨੂੰ ਮਾਂ ਅਤੇ ਬਾਪ ਦੋਵੇਂ ਬਣ ਕੇ ਪਾਲਿਆ, ਮੈਨੂੰ ਅਤੇ ਮੇਰੇ ਛੋਟੇ ਭਰਾ ਨੂੰ। ਵੱਡੇ ਹੋਰ ਮੇਰੇ ਭੈਣ ਭਰਾ ਵੱਡੇ ਸਨ। ਘਰ ਦੇ ਵਿੱਚੋਂ ਸਿਰਫ ਮੈਨੂੰ ਹੀ ਪੜ੍ਹਨ ਦਾ ਮੌਕਾ ਮਿਲਿਆ, ਉਹ ਵੀ ਚੰਗੀ ਕਿਸਮਤ ਨੂੰ। ਉਦੋਂ ਸਕੂਲ ਖੁੱਲ੍ਹ ਗਿਆ ਸੀਗਾ ਸਾਡੇ ਪਿੰਡ ਦੇ ਕੋਲ, ਮੁਬਾਰਕਪੁਰ ਚੁੰਘਾ ਜਿਹਨੂੰ ਕਹਿੰਦੇ, ਦੋ ਪਿੰਡ ਉਹਦੇ ਨਾਂ ਦੋ ਨੇ। ਉੱਥੇ ਮੈਂ 8ਵੀਂ ਤੱਕ ਮਿਡਲ ਪਾਸ ਕੀਤੀ। ਉਸ ਤੋਂ ਬਾਅਦ ਮੈਂ ਹਾਈ ਸਕੂਲ ਆ ਕੇ ਗੌਰਮੈਂਟ ਹਾਈ ਸਕੂਲ ਮਲੇਰਕੋਟਲੇ 9ਵੀਂ ਦੇ ਵਿੱਚ ਪੜ੍ਹਾਈ ਸ਼ੁਰੂ ਕੀਤੀ। 9ਵੀਂ 10ਵੀਂ ਉੱਥੋਂ ਕੀਤੀ। ਹਾਂਜੀ, ਜਦੋਂ 10ਵੀਂ ਕਰਕੇ ਫਿਰ ਮੈਂ 1961-62 ਦੇ ਵਿੱਚ ਗੌਰਮੈਂਟ ਕਾਲਜ ਮਲੇਰਕੋਟਲਾ ਦੇ ਵਿੱਚ ਉੱਚ ਸਿੱਖਿਆ ਸ਼ੁਰੂ ਕੀਤੀ। ਉਦੋਂ ਫਿਰ ਮੈਂ ਕਿ ਸਾਡਾ ਪਿੰਡ ਜਿਹੜਾ ਸੀਗਾ ਫਰਵਾਹੀ ਮਲੇਰਕੋਟਲੇ ਤੋਂ 11 ਕਿਲੋਮੀਟਰ ਸੀ। ਕੋਈ ਸੜਕ ਨਹੀਂ ਸੀ, ਕੱਚੇ ਰਸਤੇ ਅਤੇ ਟਿੱਬੇ ਸੀਗੇ, ਅਤੇ 1.5 ਘੰਟਾ ਆਉਣ ਨੂੰ ਲੱਗਣਾ, 1.5 ਘੰਟਾ ਜਾਣ ਨੂੰ ਲੱਗਣਾ, ਅਤੇ ਜੋ ਸਾਡੀ ਐਨਰਜੀ ਸੀ ਉਹ ਸਾਈਕਲਾਂ 'ਤੇ ਲੱਗ ਜਾਂਦੀ ਸੀ। ਫਿਰ ਮੈਂ ਇੱਥੇ ਮਲੇਰਕੋਟਲੇ ਰਹਿਣਾ ਸ਼ੁਰੂ ਕਰ ਦਿੱਤਾ, ਅਤੇ ਇੱਥੇ ਹੀ ਮੇਰਾ ਇੱਕ ਦੋਸਤ ਜਸਮੇਰ ਸਿੰਘ ਗਿੱਲ ਬਣਿਆ। ਉਹ ਹਾਕੀ ਦੇ ਵਿੱਚ ਫੁੱਲਬੈਕ ਸੀਗਾ ਅਤੇ ਮੈਂ ਰਾਈਟ ਆਊਟ ਖੇਡਦਾ ਸੀ। ਅਸੀਂ ਦੋਨਾਂ ਨੇ ਪੜ੍ਹਾਈ ਵੀ ਕੀਤੀ ਅਤੇ ਗੇਮ ਵੀ ਖੇਡ ਲਈ। NCC ਦੇ ਵਿੱਚ ਵੀ ਪੂਰਾ ਹਿੱਸਾ ਲਿਆ। ਉਹਨਾਂ ਦਿਨਾਂ ਵਿੱਚ ਸੈਂਟਰ ਸਰਕਾਰ ਵੱਲੋਂ ਇੱਕ ਸਕੀਮ ਚੱਲੀ ਸੀ ਕਿ ਬੱਚਿਆਂ ਨੂੰ ਫਿਜ਼ੀਕਲੀ ਤੌਰ 'ਤੇ ਫਿੱਟ ਕੀਤਾ ਜਾਵੇ। ਉਹਦੇ ਵਿੱਚ ਸੀਗਾ ਕਿ ਇੰਨੀ ਉਮਰ ਦਾ ਜਿਹੜਾ ਸਟੂਡੈਂਟ ਹੈਗਾ ਉਹਨੇ ਇੰਨੀਆਂ ਗੇਮਾਂ ਖੇਡਣੀਆਂ ਹਨ। ਭੱਜਣ ਦੇ ਵਿੱਚ ਉਹਦਾ ਇੰਨਾ ਰਫਤਾਰ ਹੋਣੀ ਚਾਹੀਦੀ ਹੈ, ਅਤੇ ਬੈਠਕਾਂ ਇੰਨੀਆਂ ਕੱਢ ਸਕਦਾ ਹੋਵੇ, ਰੱਸੇ ਦੇ ਉੱਤੇ ਇੰਨਾ ਚੜ੍ਹ ਸਕਦਾ ਹੋਵੇ, ਅਤੇ ਚਿਨਿੰਗ ਇੰਨੀ ਕਰ ਸਕਦਾ ਹੋਵੇ, ਅਤੇ ਇਹਦੀ ਛਾਲ ਇੰਨੀ ਲੰਬੀ ਮਾਰ ਸਕਦਾ ਹੋਵੇ। ਉਸ ਨਾਲ 3 ਮਹੀਨੇ ਫਿਰ ਸਾਰੇ ਸਟੂਡੈਂਟ ਨੇ ਆਪਣੇ ਜਿਹੜੇ ਸੀਗੇ ਸਰੀਰਕ ਮਿਆਰ ਉੱਚੇ ਕੀਤੇ। ਉਹਨਾਂ ਟਾਈਮਾਂ ਵਿੱਚ ਮੈਨੂੰ 3 ਸਟਾਰ ਦਾ ਮੈਡਲ ਮਿਲਿਆ, ਜਿਹੜਾ ਕਿ ਕੋਟ ਦੇ ਉੱਤੇ ਲੱਗਦਾ ਸੀਗਾ। ਉੱਤੇ ਹਿੰਦੁਸਤਾਨ ਦਾ ਝੰਡਾ ਸੀ ਅਤੇ ਥੱਲੇ ਮੈਡਲ ਸੀਗਾ। ਇਸ ਤਰ੍ਹਾਂ ਹੀ ਜ਼ਿੰਦਗੀ ਬੜੀ ਸੋਹਣੀ ਚੱਲ ਰਹੀ ਸੀਗੀ, ਪੜ੍ਹਾਈ ਨਾਲ ਚੱਲ ਰਹੀ ਸੀ, ਬੇਫਿਕਰੀ ਦੇ ਵਿੱਚ ਕੰਮ ਹੋ ਰਿਹਾ ਸੀਗਾ। 1964 ਦੇ ਵਿੱਚ ਫਿਰ ਬਾਪੂ ਜੀ ਅਚਾਨਕ ਚਲਾਣਾ ਕਰ ਗਏ, ਅਤੇ ਫਿਰ ਜੋ ਮੈਂ ਉੱਥੇ ਕਾਲਜ ਦੇ ਵਿੱਚ ਹੀ ਲਿਖਣਾ ਸ਼ੁਰੂ ਕੀਤਾ ਜੀ। 10ਵੀਂ ਦੇ ਵਿੱਚ ਹੀ ਤਕਰੀਬਨ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ। ਮੇਰੀਆਂ ਰਚਨਾਵਾਂ ਉੱਥੇ ਜਿਹੜਾ ਕਲੈਰੀਅਨ ਸਾਡਾ ਰਸਾਲਾ ਹੁੰਦਾ ਸੀ ਕਾਲਜ ਦਾ, ਉਹਦੇ ਵਿੱਚ ਛਪਦੀਆਂ ਸੀਗੀਆਂ। ਮੈਂ ਉੱਚ ਵਿਦਿਆਰਥੀਆਂ ਨਾਲ ਬਹਿ ਕੇ ਗੋਸ਼ਟੀਆਂ ਸੁਣਦਾ ਸੀਗਾ, ਉਹਨਾਂ ਦਾ ਹਿੱਸਾ ਲੈਂਦਾ ਸੀਗਾ ਕਿ ਕਹਾਣੀ ਕਿਵੇਂ ਲਿਖੀ ਦੀ ਹੈ, ਕਹਾਣੀ ਦਾ ਕੀ ਪੱਧਰ ਹੁੰਦਾ, ਅਤੇ ਕਵਿਤਾ ਕੀ ਹੁੰਦੀ ਹੈ। ਅਤੇ ਉਹਦੇ ਨਾਲ ਹੀ ਫਿਰ ਮੈਂ ਉਸੇ ਟਾਈਮ ਹੀ ਜਿਹੜਾ ਇੱਕ ਕਿਤਾਬ ਹੈਗੀ ਹੈ ਪਿੰਗਲ ਦੀ ਸਟੱਡੀ ਕੀਤੀ। ਪਿੰਗਲ ਨੇ ਮੈਨੂੰ ਬੜੀ ਸਹਾਇਤਾ ਕੀਤੀ ਕਿ ਕਵਿਤਾ ਦਾ ਮੁੱਢ ਕੀ ਹੁੰਦਾ, ਕਵਿਤਾ ਦੇ ਰੂਪ ਕਿੰਨੇ ਹਨ, ਕਵਿਤਾ ਦਾ ਮਾਪ ਤੋਲ ਕੀ ਹੁੰਦਾ। ਉਹਦੇ ਵਿੱਚ ਫਿਰ ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ, ਅਤੇ ਮੈਂ ਹੁਣ ਤੱਕ ਜਿੰਨੀ ਵੀ ਰਚਨਾ ਕੀਤੀ ਹੈ ਉਹ ਕੋਈ ਖੁੱਲ੍ਹੀ ਕਵਿਤਾ ਜਿਹੜੀ ਹੈਗੀ ਆ ਉਸ ਤਰ੍ਹਾਂ ਦੀ ਨਹੀਂ ਲਿਖੀ। ਜਾਂ ਉਹ ਗੀਤ ਨੇ, ਜਾਂ ਉਹ ਸੁਰ ਦੇ ਵਿੱਚ ਗਜ਼ਲਾਂ ਹੈਗੀਆਂ, ਜਾਂ ਕਾਵਿ ਟੁਕੜੀਆਂ ਨੇ, ਜਿਹੜੇ ਕਿ ਤੁਸੀਂ ਪੜ੍ਹਦੇ ਵੀ ਰਹਿੰਦੇ ਹੋ, ਸੁਣਦੇ ਵੀ ਰਹਿੰਦੇ ਹੋ, ਅਤੇ ਉਹ ਲੋਕਾਂ ਨੇ ਬੜੀਆਂ ਪਸੰਦ ਕੀਤੀਆਂ। ਜਦੋਂ ਬਾਪੂ ਜੀ ਦੀ ਡੈਥ ਹੋ ਗਈ ਤਾਂ ਫਿਰ ਕੁੱਲੀ ਗੁੱਲੀ ਜੁੱਲੀ ਦਾ ਮਸਲਾ ਮੇਰੇ ਸਾਹਮਣੇ ਖੜ੍ਹਾ ਹੋਇਆ। ਮੇਰੇ ਭਰਾਵਾਂ ਨੇ ਮੈਨੂੰ ਸਾਰੀ ਸਹਾਇਤਾ ਦੇਣ ਦੀ ਵਚਨਬੱਧਤਾ ਨਿਭਾਈ, ਉਹਨਾਂ ਨੇ ਕੋਈ ਤੋੜਾ ਨਹੀਂ ਰੱਖਿਆ। ਪਰ ਜਦ ਮੈਂ ਆਪਦੇ ਭਰਾ ਤੋਂ ਕੋਲੋਂ ਪੈਸੇ ਲੈਂਦਾ ਸੀਗਾ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਇਹਨਾਂ 'ਤੇ ਬੋਝ ਹਾਂ, ਮੈਂ ਖੈਰਾਤ ਲੈਂਦਾ। ਫਿਰ ਮੈਂ ਸੋਚਿਆ ਕਿ ਹੁਣ ਕੁੱਲੀ ਗੁੱਲੀ ਜੁੱਲੀ ਦਾ ਕੋਈ ਇੰਤਜ਼ਾਮ ਕੀਤਾ ਜਾਵੇ। ਕਾਲਜ ਦੀ ਪੜ੍ਹਾਈ ਮੈਂ ਪੂਰੀ ਕਰਕੇ ਫਿਰ ਟੈਕਨੀਕਲ ਹੈਂਡ ਬਣਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਦੋਂ ਪਤਾ ਲੱਗਿਆ ਸੀਗਾ ਕਿ ਜੋ ਟੈਕਨੀਕਲ ਹੈਂਡ ਬੰਦੇ ਹੈਗੇ ਉਹਨਾਂ ਦੀ ਬਾਹਰ
ਬਹੁਤ ਹੀ ਡਿਮਾਂਡ ਹੈਗੀ ਆ। ਅਤੇ ਮੈਂ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਉੱਥੇ ਫਿਰ ਕਵਿਤਾ ਨੂੰ ਕਿਹਾ, ਕਲਮ ਨੂੰ ਕਿਹਾ ਕਿ ਅਜੇ ਨਾ ਦਰ ਖੜਕਾ ਨਹੀਂ ਅੜੀਏ, ਅਜੇ ਨਾ ਦਰ ਖੜਕਾ, ਅਜੇ ਨਹੀਂ ਮੇਰੇ ਤੋਂ ਪੂਰੇ ਹੋਣੇ ਤੇਰੇ ਦਿਲ ਦੇ ਚਾਅ। ਇਹ ਬੜਾ ਇੱਕ ਗੀਤ ਹੈ। ਅਤੇ ਉੱਥੋਂ ਮੈਂ ਕਲਮ ਰੱਖ ਦਿੱਤੀ। ਬੁਢਲਾਡੇ ਦੇ ਵਿੱਚ ਜੋ ਮਾਨਸਾ ਦੇ ਕੋਲ ਹੈਗਾ, ਉੱਥੇ ਨਵੀਂ ITI ਖੁੱਲ੍ਹੀ ਸੀਗੀ। ਉਹਦੇ ਵਿੱਚ ਜਾ ਕੇ ਮੈਂ ਮਸ਼ੀਨਿਸਟ ਦਾ ਕੋਰਸ ਕੀਤਾ। ਬੜੀ ਮਿਹਨਤ ਨਾਲ ਕੰਮ ਸਿੱਖਿਆ। 2 ਸਾਲ ਦਾ ਕੋਰਸ ਕਰਕੇ ਮੈਂ ਪਟਿਆਲੇ ਅਪਰੈਂਟਿਸ ਕੀਤੀ। ਫਿਰ 1970 ਦੇ ਵਿੱਚ ਮੇਰੀ ਸ਼ਾਦੀ ਮੇਰੀ ਪਤਨੀ ਪਰਮਿੰਦਰ ਕੌਰ ਨਾਲ ਪਿੰਡ ਨੱਥੂ ਮਾਜਰੇ ਹੋਈ, ਅਤੇ 1971 ਵਿੱਚ ਫਿਰ ਮੈਂ ਕੈਨੇਡਾ ਆ ਗਿਆ।